ਸਭ ਨੂੰ ਜੈ ਮਸੀਹ ਦੀ ਜੈ ਮਸੀਹ ਦੀ, Praise ਜੈ ਮਸੀਹ ਦੀ। ਕਵਾਲ ਜੀ ਆਪਾਂ ਜੀ ਸਰ। ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਅੱਜ Praise the Lord. ਮੌਕਾ ਦਿੱਤਾ, ਫਿਰ ਅਸੀਂ ਪਰਮੇਸ਼ਰ ਦੇ ਬੱਚੇ ਵਿੱਚੋਂ ਪੜ੍ਹ ਸਕੀਏ, ਸਿੱਖ ਸਕੀਏ, ਸਮਝ ਸਕੀਏ। ਔਰ ਆਪਾਂ ਹਮੇਸ਼ਾ ਦੀ ਤਰ੍ਹਾਂ ਸ਼ੁਰੂ ਕਰਦੇ ਹਾਂ ਜੀ, ਸਾਮਜ਼ ਜ਼ਰੂਰ ਪੜ੍ਹਦੇ ਹਾਂ ਜੀ। ਜੀ ਅੱਜ ਪੜ੍ਹਾਂਗੇ ਜੀ ਸਾਮਜ਼ 97 97 ਨਿਕਲਿਆ ਦਾ 97 ਪਹਿਲੀਆਂ 6 ਆਇਤਾਂ ਪੜ੍ਹਦੇ ਹਾਂ ਜੀ। ਜੀ ਉਹਦੇ ਵਿੱਚ 97 ਪਹਿਲੀਆਂ 6 ਵਿੱਚ ਲਿਖਿਆ ਹੈ, ਹਾਲੇਲੂਇਆ। ਪ੍ਰਭੂ ਰਾਜ ਕਰਦਾ ਹੈ, ਧਰਤੀ ਖੁਸ਼ ਹੋਵੇ, ਸਭ ਟਾਪੂ ਨਿਵਾਸੀ ਆਨੰਦ ਮਨਾਉਣ, ਬੱਦਲ ਅਤੇ ਹਨੇਰਾ ਉਸਦੇ ਚਾਰੇ ਪਾਸੇ ਹਨ, ਸੱਚਾਈ ਅਤੇ ਨਿਆਂ ਉਸਦਾ ਸਿੰਘਾਸਨ ਦੀ ਨੀਂਹ ਹੈ। ਵਾਹ। ਉਸਦੇ ਸਿੰਘਾਸਨ ਦੀ ਨੀਂਹ ਹੈ ਸੱਚਾਈ ਤੇ ਨਿਆਂ। ਹਾਂਜੀ, ਵਾਹ। ਉਸਦੇ ਅੱਗੇ ਅੱਗ ਵੱਧਦੀ ਜਾਂਦੀ ਹੈ ਜੋ ਉਸਦੇ ਵਿਰੋਧੀਆਂ ਨੂੰ ਭਸਮ ਕਰਦੀ ਜਾਂਦੀ ਹੈ। ਵਾਹ। ਹਾਂਜੀ, ਉਸਦੇ ਤੇਜ ਚਮਕਾਰੇ ਸੰਸਾਰ ਨੂੰ ਚਮਕਾਉਂਦੇ ਹਨ। ਆਮੇਨ। ਅਤੇ ਧਰਤੀ ਇਹ ਦੇਖ ਕੇ ਡਰ ਜਾਂਦੀ ਹੈ। ਪਹਾੜ ਮੌਂ ਵਾਂਗ ਪ੍ਰਭੂ ਦੇ ਅੱਗੇ ਪੱਗਰ ਗਏ। ਉਹ ਸਭ ਧਰਤੀ ਦਾ ਪ੍ਰਭੂ ਹੈ। ਆਕਾਸ਼ ਉਸਦੇ ਸੱਤ ਨੂੰ ਪ੍ਰਗਟ ਕਰਦੇ ਹਨ ਅਤੇ ਸਭ ਲੋਕਾਂ ਨੇ ਉਸ ਦੀ ਮਹਿਮਾ ਦੇ ਦਰਸ਼ਨ ਕੀਤੇ। परमेश्वर पिता, आप महान हो, आप महान हो और आपने सब कुछ बनाया। परमेश्वर पिता, ये धरती आसमान आप दे अगे कंबदे हैं। परमेश्वर पिता, आपने अपनी शक्ति नाल, अपने वचन दे नाल बनाया, अपने बोलों दे नाल बनाया। परमेश्वर पिता, और अपने पवित्र आत्मा नाल बनाया। आप दा शुक्र करते हैं परमेश्वर पिता, आपने सब कुछ बनाया और इस विच आप दी महिमा होवे, आप दी बड़ाई होवे, आप ही इस दे काबिल हो। परमेश्वर पिता, और अज आप दे पवित्र वचन दे विचों पढ़न जा रहे हैं, सीखण जा रहे हैं। परमेश्वर पिता, सानू गाइड करना, लीड करना, जो कुछ भी बोलिया जाए, पढ़िया जाए, सुनिया जाए, समझिया जाए, वो केवल ते केवल आप वालों होवे। पवित्र आत्मा जी सानू गाइड करो और ये सारा समा बाइबल स्टडी आप दे हत्थां विच दिंदे हैं। साडी बुद्ध नूं, साडी समझ, साडी अकल नूं ਅਸੀਂ ਆਪ ਦੇ ਅੱਗੇ ਰੱਖਦੇ ਹਾਂ। ਅਸੀਂ ਆਪਣੀ ਨਹੀਂ, ਆਪ ਦੀ ਜੋ ਆਪ ਚਾਹੁੰਦੇ ਹੋ ਉਸ ਨੂੰ ਸਮਝਣਾ, ਜਾਣਨਾ ਚਾਹੁੰਦੇ ਪਰਮੇਸ਼ਰ ਪਿਤਾ, ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਹਾਂਜੀ, ਜੈ ਮਸੀਹ ਦੀ। ਹਾਂਜੀ ਸਰ। ਹਾਂਜੀ, ਆਪਾਂ ਜੀ ਪ੍ਰਕਾਸ਼ ਦੀ ਪੋਥੀ ਬੁੱਕ ਆਫ ਰੈਵਲੇਸ਼ਨ ਜੀ ਸ਼ੁਰੂ ਕੀਤੀ ਹੋਈ ਹੈ ਪਿਛਲੇ ਕੁਝ ਸਾਲਾਂ ਤੋਂ। ਤੇ ਹੁਣ ਆਪਣਾ ਪਹੁੰਚ ਗਏ ਹੈਗੇ ਆ ਜੀ, ਥੋੜ੍ਹਾ ਨੇੜੇ ਪਹੁੰਚ ਗਏ ਹੈਗੇ ਆ ਜੀ। ਤੇ ਅੱਜ ਆਪਾਂ ਪੜ੍ਹਨਾ ਹੈ ਜੀ, ਹਾਂਜੀ 19 ਦੀ 10 ਕਰ ਦਈਏ ਜੀ? 10 ਜੀ। ਓਕੇ ਜੀ, ਓਕੇ ਜੀ। ਆਪਾਂ ਉਹਦੀ ਪ੍ਰਕਾਸ਼ ਦੀ ਪੋਥੀ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ 19 ਦੀ 10 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਤਦ ਮੈਂ ਉਸ ਦੇ ਚਰਨੀ ਪੈ ਕੇ ਉਸ ਦੀ ਉਪਾਸਨਾ ਕੀਤੀ, ਪਰ ਉਸ ਨੇ ਮੈਨੂੰ ਕਿਹਾ, ਨਹੀਂ ਇਹ ਨਾ ਕਰ, ਮੈਂ ਵੀ ਤੇਰੇ ਅਤੇ ਉਹਨਾਂ ਤੇਰੇ ਸਭ ਭਰਾਵਾਂ ਦੇ ਜੋ ਯਿਸੂ ਦੇ ਗਵਾਹ ਹਨ ਭਰਾ ਹਾਂ। ਤੂੰ ਕੇਵਲ ਪਰਮੇਸ਼ਵਰ ਦੀ ਹੀ ਉਪਾਸਨਾ ਕਰ। ਵਾਹ। ਇਹ ਯਿਸੂ ਦੀ ਗਵਾਹੀ ਦੀ ਮਹਿਮਾ ਹੀ ਹੈ ਜੋ ਨਬੀਆਂ ਨੂੰ ਪ੍ਰੇਰਨਾ ਦਿੱਤੀ ਹੈ। ਆਮੀਨ। ਪ੍ਰਭੂ ਦੇ ਵਚਨ ਦੇ ਪੜ੍ਹੇ ਜਾਣੇ ਤੇ ਉਹਦੀ ਬਰਕਤ ਇੰਜੀ ਠਹਿਰੀ ਰਹੇ। ਹਾਲੇਲੂਇਆ। ਅੱਛਾ, ਉਹ ਨਵੀਂ ਆਇਤ ਵਿੱਚ ਅਸੀਂ ਬੜੇ ਅੱਛੇ ਤਰੀਕੇ ਨਾਲ ਦੇਖਿਆ ਸੀ ਜੀ ਕਿ ਕਿਸ ਤਰੀਕੇ ਨਾਲ ਜਿਹੜੀ ਚਰਚ ਹੈ, ਵਿਸ਼ਵਾਸੀ ਯਿਸੂ ਦੇ ਖੂਨ ਖਰੀਦੇ, ਉਹ ਯਿਸੂ ਦੀ ਦੁਲਹਨ ਹੈ। ਹਾਂਜੀ, ਤੇ ਉਹਦੇ ਲਈ ਫਿਰ ਅਸੀਂ ਇਹ ਦੇਖਿਆ ਕਿ ਇੱਕ ਭੋਜ ਦਾ ਜ਼ਿਕਰ ਹੈਗਾ, ਉਹਦੇ ਵਿੱਚ ਉਹ ਬੜੇ ਆਈ ਉਹਦੇ ਵਿੱਚ। ਫਿਰ ਅਸੀਂ ਇਹ ਦੇਖਿਆ ਕਿ ਉਹਦੇ ਬਾਅਦ ਜ਼ਮੀਨ ਉੱਤੇ ਪ੍ਰਭੂ ਯਿਸੂ ਮਸੀਹ ਤੇ ਉਹਦੀ ਵਹੁਟੀ ਦੁਲਹਨ ਤੇ ਪਵਿੱਤਰ ਦੂਤ, ਠੀਕ ਹੈ, ਉਹ ਫਿਜ਼ੀਕਲੀ ਲੈਂਡਿੰਗ ਕਰਨਗੇ, ਠੀਕ ਹੈ। ਔਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਪ੍ਰਕਾਸ਼ ਦੀ ਪੋਥੀ ਹੈ 21 ਪਾਰਟ ਤੇ ਪਹਿਲੀ 2 ਆਇਤਾਂ 'ਚ ਫਿਰ ਅੱਗੇ ਇੱਕ ਨया ਦੌਰ ਸ਼ੁਰੂ ਹੋ ਜਾਏਗਾ।
ਠੀਕ ਹੈ। ਸੋ ਇਹ ਅਸੀਂ ਪਿਛਲੀ ਸਟੱਡੀ ਸ਼ਾਇਦ ਕੋਈ ਮਿਸ ਹੋ ਗਿਆ ਸੀ। ਸੋ ਇਹ ਜਿਹੜੀ 10ਵੀਂ ਆਇਤ ਤੁਸੀਂ ਪੜ੍ਹੀ ਹੈਗੀ ਹੈ, ਹੁਣ ਇਸ ਵਰਸ ਵਿੱਚ ਇੰਝ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਕੋਈ ਯਹੂਨਾ ਨੂੰ ਗਲਤ ਫਹਿਮੀ ਹੋ ਗਈ, ਮਿਸਅੰਡਰਸਟੈਂਡਿੰਗ ਹੋ ਗਈ ਕਿ ਜਿਹੜਾ ਮੇਰੇ ਨਾਲ ਗੱਲ ਕਰ ਰਿਹਾ ਘਰ ਤੇ ਦੂਤ ਰਿਹਾ ਸੀ, ਲੇਕਿਨ ਉਹਨੇ ਸਮਝਿਆ ਉਹ ਪ੍ਰਭੂ ਯਿਸੂ ਹੈ, ਉਹਦੇ ਮੱਥਾ ਟੇਕਣ ਲੱਗਾ, ਮਤਲਬ ਝੁਕ ਗਿਆ ਉਹਦੇ, ਤੇ ਉਹ ਫਿਰ ਉਹਨੂੰ ਮੱਥਾ ਤੇ ਨਹੀਂ ਟੇਕਿਆ। ਲੇਕਿਨ ਇੱਥੇ ਲਿਖਿਆ ਦਾ ਹੈ ਕਿ ਉਹ ਇੱਕਦਮ ਹੀ ਉਹ ਫਿਰ ਦੂਤ ਨੇ ਰੌਲਾ ਪਾ ਦਿੱਤਾ, ਉਹ ਭਾਈ ਸਾਹਿਬ ਕੀ ਕਰ ਰਹੇ ਹੋ? ਉਹ ਜੇ ਤੁਸੀਂ ਤੇ ਤੁਹਾਡੇ ਹੋਰ ਭਰਾ ਜਿਹੜੇ ਨੇ ਉਹ ਰਚਨਹਾਰ ਦੀ ਮਹਿਮਾ ਕਰਦੇ ਹੋ, ਉਹਨੂੰ ਮੱਥਾ ਟੇਕਦੇ ਹੋ, ਉਹਦੇ ਹੁਕਮਾਂ ਨੂੰ ਮੰਨਦੇ ਹੋ, ਇਹ ਪਵਿੱਤਰ ਦੂਤ ਹੈ। ਇੱਕ ਹੋਰ ਦੂਤ ਸਨ ਜਿਹੜੇ ਸ਼ੈਤਾਨ ਤੇ ਉਹਦੀ ਭੈੜੀ ਜਿਹੜੇ ਡਿੱਗੇ ਗਏ ਫਰਿਸ਼ਤੇ, ਉਹਨਾਂ ਕੋਲ ਨਹੀਂ ਸੀ, ਫਿਰ ਉਹ ਮਤਲਬ ਹੈ ਉਹਨਾਂ ਨੇ ਆਪਣਾ ਹੀ ਕੰਮ ਚਲਾਇਆ। ਸੋ ਇਹ ਜਿਹੜਾ ਇਹ ਸ਼ਾਇਦ ਖੁਦਾ ਨੇ ਅਲਾਓ ਕੀਤਾ ਕਿ ਇਹ ਕੰਮ ਕਰੇ, ਤਾਂ ਕਿ ਇਹਦੇ ਵਸੀਲੇ ਨਾਲ ਅੱਜ ਮੈਨੂੰ ਤੁਹਾਨੂੰ ਤੇ ਆਇੰਦਾ ਆਉਣ ਵਾਲੇ ਜਿਹੜੀਆਂ ਨਸਲਾਂ ਨੇ ਉਹਨਾਂ ਨੂੰ ਦੱਸਿਆ ਜਾਏ ਕਿ ਭਾਈ ਜੀ ਮੱਥਾ ਟੇਕਣਾ ਹੈ ਤੇ ਕਿਹਨੂੰ ਟੇਕਣਾ ਹੈ? ਸਿਰਫ ਰਚਨਹਾਰ ਨੂੰ ਟੇਕਣਾ ਹੈ। ਦੂਤ ਕਹਿਣ ਲੱਗਾ ਭਾਈ ਜੇ ਤੁਸੀਂ ਉਸ ਰਚਨਹਾਰ ਦੀ ਜਾਂ ਉਸ ਕ੍ਰੀਏਟਰ ਦੀ ਕ੍ਰੀਏਸ਼ਨ ਹੋ, ਇੱਦਾਂ ਹੀ ਮੈਂ ਵੀ ਹਾਂ। ਸੋ ਇਹ ਉਹਨੂੰ ਮੱਤ ਦੇ ਰਿਹਾ, ਕਿਉਂ ਜੇ ਇਹ ਜਿਹੜੇ ਨੇ ਨਾ ਇਨਸਾਨਾਂ ਨੂੰ ਜਿਹੜੇ ਮਨੁੱਖਾਂ ਨੂੰ ਇਸ ਲਈ ਨਹੀਂ ਬਣਾਇਆ ਗਿਆ ਕਿ ਦੂਤਾਂ ਦੇ ਅੱਗੇ ਮੱਥੇ ਟੇਕਣ ਜਾਂ ਉਹਨਾਂ ਦੀ ਵਰਸ਼ਿਪ ਕਰਨ, ਇਹ ਬੜੀ ਪੱਕੀ ਗੱਲ ਹੈ। ਔਰ ਨਾ ਹੀ ਦੂਤਾਂ ਨੂੰ ਇਸ ਲਈ ਬਣਾਇਆ ਗਿਆ ਕਿ ਉਹ ਬੰਦਿਆਂ ਦੀ ਵਰਸ਼ਿਪ ਕਰਨ, ਇਹ ਪੱਕੀ ਗੱਲ ਹੈ। ਕਿਉਂਕਿ ਕੁਲਸੀਆਂ 2:18 ਤੇ ਪੜ੍ਹੋ ਤੇ ਇਹ ਬੜਾ ਪੈਗਾਮ ਹੈ ਸਾਡੇ ਨੇੜੇ ਕਿ ਜਿਹੜਾ ਫਰਿਸ਼ਤਾ ਉਹਨੂੰ ਮਨਾ ਕਰਕੇ ਦੱਸ ਰਿਹਾ ਹੈ ਕਿ ਇਹ ਕੰਮ ਨਹੀਂ ਕਰਨਾ, ਠੀਕ ਹੈ ਨਾ ਜੀ? ਹਾਂ ਜੀ, ਉਹ ਦੇਖੋ ਕੁਲਸੀਆਂ 2:18। ਹਾਂਜੀ, ਕੁਲਸੀਆਂ 2:18 ਇਹ ਲੋਕੀ ਕਰਦੇ ਰਹੇ ਨੇ। ਹਾਂਜੀ ਜੀ, ਹਾਂਜੀ, ਕੁਲਸੀਆਂ 2:18 ਦੇ ਵਿੱਚ ਲਿਖਿਆ ਹੈ, ਇਹੋ ਜਿਹੇ ਲੋਕੀ ਵੀ ਹਨ ਜੋ ਜਪ ਤਪ ਨੂੰ ਸਭ ਕੁਝ ਮੰਨਦੇ ਹਨ। ਕਿਹਨੂੰ? ਜਪ ਤਪ ਨੂੰ, ਤਪੱਸਿਆ ਕਰਦੇ ਹਨ। ਤਪੱਸਿਆ ਬਹੁਤ ਹੈਗੇ, ਸੱਚੀ ਹੈਗੇ ਜੀ ਜੀ। ਹਾਂਜੀ ਹਾਂਜੀ, ਜੋ ਸਵਰਗ ਦੂਤਾਂ ਦੀ ਪੂਜਾ ਕਰਦੇ ਹਨ, ਜੋ ਆਪਣੇ ਦਰਸ਼ਨਾਂ ਨੂੰ ਬਹੁਤ ਜ਼ਰੂਰੀ ਸਮਝਦੇ ਹਨ ਤੇ ਜੋ ਆਪਣੇ ਮਨ ਦੇ ਸੰਸਾਰਕ ਵਿਚਾਰਾਂ ਤੇ ਫੋਕਾ ਹੰਕਾਰ ਕਰਦੇ ਹਨ, ਇਹੋ ਜਿਹੇ ਲੋਕਾਂ ਦੇ ਹੱਥੋਂ ਆਪਣੇ ਆਪ ਨੂੰ ਦੋਸ਼ੀ ਨਾ ਠਹਿਰਨ ਦਿਓ। ਦੇਖੋ ਇਹ ਇੱਕ ਵਾਰਨਿੰਗ ਹੈ। ਅਸਲ ਵਿੱਚ ਦੂਤ ਕਹਿ ਰਿਹਾ ਹੈ ਕਿ ਸਿਰਫ ਉਸ ਰਚਨਹਾਰ ਨੂੰ, ਜਿਹੜਾ ਕ੍ਰੀਏਟਰ ਹੈ, ਜਿਹੜਾ ਇਸ ਦੁਨੀਆ ਦਾ ਖਾਲਿਕ ਮਾਲਿਕ ਹੈ, ਜਿਹਨੇ ਸਾਰਾ ਕੁਝ ਰਚਿਆ ਹੈ, ਉਹਨੂੰ ਹੀ ਮੱਥਾ ਟੇਕਣਾ ਹੈ। ਕੁਝ ਹਵਾਲੇ ਲਿਖ ਲਓ, ਬਾਅਦ ਵਿੱਚ ਚਲੋ ਪੜ੍ਹ ਦੇਣਾ। ਚੇਲਿਆਂ ਦੇ ਕਰਤੱਵ 10:25 ਤੇ 26। ਇਹ ਗੈਰ ਕੌਮਾਂ ਵਿੱਚੋਂ ਕੁਰਨੀਲੀਅਸ ਜਿਹੜਾ ਸੀ ਨਾ, ਉਹ ਜਦੋਂ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ ਤੇ ਉਹ ਪਤਰਸ ਆਇਆ, ਉਹਦੇ ਅੱਗੇ ਮੱਥਾ ਟੇਕਣ ਲੱਗ ਪਿਆ। ਉਹਨੇ ਕਿਹਾ ਉਹ ਨਾ ਕਰੋ, ਕੀ ਕਰਨੇ ਆ। ਸੋ ਇਹ ਕੁਝ ਹੁੰਦਾ ਰਿਹਾ। ਤੇ ਫਿਰ ਤੁਹਾਨੂੰ ਪਤਾ ਹੈ ਕਿ ਇਹ ਸ਼ੈਤਾਨ ਵੀ ਚਾਹੁੰਦਾ ਹੈ ਕਿ ਰੱਬ ਦੀ ਬਜਾਏ ਉਹਨੂੰ ਮੱਥਾ ਟੇਕਿਆ ਜਾਏ, ਕਿਉਂਕਿ ਮਤੀ 4:9 ਤੇ 10ਵੀਂ ਆਇਤ ਵਿੱਚ, ਮੈਥਿਊ ਚੈਪਟਰ 4 ਵਰਸ 9 ਤੇ 10 ਦੇ ਵਿੱਚ, ਜਦੋਂ ਪ੍ਰਭੂ ਯਿਸੂ ਮਸੀਹ ਨੇ ਬਪਤਿਸਮਾ ਲਿਆ ਤੇ ਪਵਿੱਤਰ ਆਤਮਾ ਉਜਾੜ ਵਿੱਚ ਲੈ ਗਿਆ, ਬਿਆਬਾਨ ਵਿੱਚ, ਔਰ ਉੱਥੇ ਅਸੀਂ ਦੇਖਦੇ ਹਾਂ ਕਿ 3 ਅਜ਼ਮਾਇਸ਼ਾਂ ਹੋਈਆਂ। ਕੀ ਉਹਨੂੰ ਕਹਿ ਲਓ? ਟੈਂਪਟੇਸ਼ਨ ਪੰਜਾਬੀ 'ਚ ਅਜ਼ਮਾਇਸ਼ਾਂ। ਪਰਤਾਵੇ। ਉਹਦੇ ਵਿੱਚ ਫਿਰ ਉਹਨੇ ਇਹ ਵੀ ਆਪਸ਼ਨ ਦੇ ਦਿੱਤੀ ਪ੍ਰਭੂ ਯਿਸੂ ਨੂੰ ਕਿ ਮੈਨੂੰ ਮੱਥਾ ਟੇਕ ਲੈ ਤੇ ਜੋ ਕੁਝ ਹੈ ਵੇਖ ਰਿਹਾ ਹੈ ਤੈਨੂੰ ਦੇ ਦਾਂ। ਸੋ ਇਹ ਵੀ ਹੈਗਾ ਮੈਥਿਊ 4:9 ਤੇ 10 ਲਿਖ ਲਿਆ ਨਾ। ਤੇ ਅੱਗੇ ਫਿਰ ਰੈਵਲੇਸ਼ਨ ਦੇ ਵਿੱਚ ਵੀ ਇਹ ਫਿਰ ਯੋਹਨਾ ਕੋਲੋਂ ਫਿਰ ਇੱਕ ਪਾਰਟ ਗਲਤ ਹੋ ਰਿਹਾ ਸੀ, 22:8 ਤੇ 9। ਠੀਕ ਹੈ।
ਤੇ ਰੋਮੀਓ 1 ਦੀ 25 ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਉਹਦੀ ਰਚਨਾ, ਇਹ ਮਤਲਬ ਹੈ ਕਿ ਸ਼ੇਰਾਂ ਨੂੰ ਮੰਨਣਾ, ਹੋਰ ਇੱਕ ਇਹ ਪੜ੍ਹਦੇ ਹੋ ਕਿ ਇਹ ਲੋਕ ਨਾ ਇਹ ਜਾਨਵਰਾਂ ਨੂੰ ਵੀ ਮੱਥਾ ਟੇਕਦੇ। ਦੇਖੋ ਇਹ ਵੇਖ ਲਓ ਰੋਮੀਓ 1 ਦੀ 25। ਇਹ ਇਸ ਲਈ ਦੱਸ ਰਹੇ ਹਾਂ ਕਿ ਬਾਈਬਲ ਕਲੀਅਰ ਕਰ ਰਹੀ ਹੈ ਕਿ ਉਸ ਰੱਬ ਨੂੰ ਕਰੋ, ਉਹਦੀ ਰਚਨਾ ਨੂੰ ਨਹੀਂ ਕਰਨਾ। ਕ੍ਰੀਏਟਰ ਨੂੰ ਮੱਥਾ ਟੇਕਣਾ, ਉਹਦੀ ਕ੍ਰੀਏਸ਼ਨ ਅੱਗੇ ਨਹੀਂ ਮੱਥਾ ਟੇਕਣਾ ਕੋਈ ਵੀ ਹੈ ਜੀ। ਹਾਂਜੀ ਹਾਂਜੀ, ਰੋਮੀਆਂ ਦੀ ਪੱਤਰੀ ਉਹਦੇ ਵਿੱਚ ਪਹਿਲੇ ਦੀ 25 ਦੇ ਵਿੱਚ ਲਿਖਿਆ ਹੈ, ਇਹਨਾਂ ਲੋਕਾਂ ਨੇ ਪਰਮੇਸ਼ਰ ਦੇ ਸੱਤ ਨੂੰ ਝੂਠ ਵਿੱਚ ਬਦਲ ਦਿੱਤਾ। ਸੱਚ ਨੂੰ ਝੂਠ ਝੂਠ ਵਿੱਚ ਬਦਲ ਦਿੱਤਾ। ਵਾਹ ਇਹਨਾਂ ਨੇ ਸ੍ਰਿਸ਼ਟੀ ਦੀ ਪੂਜਾ ਅਤੇ ਸੇਵਾ ਕੀਤੀ। ਹਾਂਜੀ, ਸ੍ਰਿਸ਼ਟੀਕਰਤਾ ਦੀ ਨਹੀਂ, ਸ੍ਰਿਸ਼ਟੀਕਰਤਾ ਦੀ ਨਹੀਂ, ਜੋ ਸਦਾ ਵਡਿਆਈ ਦੇ ਯੋਗ ਹੈ। ਆਮੀਨ। ਇਸ ਤੋਂ ਪਿਛਲੀ ਆਇਤਾਂ ਅਗਰ ਪੜ੍ਹੋ ਤੇ ਉਹਨਾਂ ਨੇ ਨਾ ਇਹ ਸਾਰੇ ਜਾਨਵਰਾਂ ਨੂੰ ਆਪਣਾ ਰੱਬ ਮੰਨ ਲਿਆ, ਹੈ ਨਾ। ਸੋ ਇਹ ਮਨ ਹੈ ਜੀ। ਉੱਥੇ ਵੀ ਲਿਖ ਲਓ ਯਸ਼ੂਆ 5 ਦੀ 15 ਤੇ ਅਸਲ ਵਿੱਚ ਰੈਵੋਲੂਸ਼ਨ 1 ਦੀ 7 ਜਿਹੜੀ ਹੈ ਨਾ, ਇਹ ਵੀ ਲਿਖ ਲਓ, ਹੈ ਨਾ। ਅੱਛਾ, ਹੁਣ ਕਲਾਮ ਵਿੱਚ ਜਿੱਥੇ ਵੀ ਵਚਨ ਨੇ, ਜਿੱਥੇ ਵੀ ਕਿਸੇ ਇਨਸਾਨ ਨੇ ਕਿਸੇ ਅੱਗੇ ਮੱਥਾ ਟੇਕਣ ਦੀ ਕੋਸ਼ਿਸ਼ ਕੀਤੀ ਤੇ ਜੇ ਉਹ ਪਵਿੱਤਰ ਦੂਤ ਹੈ ਉਹਨੇ ਇੱਕਦਮ ਉਹਨੂੰ ਰਿਬਿਊਕ ਕੀਤਾ, ਮਨਾ ਕੀਤਾ। ਲੇਕਿਨ ਇੱਕ ਪਾਸੇ ਇਹ ਵੀ ਦੇਖਣਾ ਹੈ ਕਿ ਸ਼ੈਤਾਨ ਵੀ ਉਹ ਕੀ ਕਹਿੰਦੇ ਨੇ, ਨੂਰਾਨੀ ਫਰਿਸ਼ਤਾ ਬਣ ਜਾਂਦਾ ਹੈ, ਭੇਸ ਬਦਲ। ਸੋ ਉਹ ਤੇ ਚਾਹੇਗਾ ਮੈਨੂੰ ਮੱਥਾ ਟੇਕਿਆ ਜਾਏ। ਲੇਕਿਨ ਇੱਕ ਗੱਲ ਸਮਝਣੇ ਦੀ ਹੈ, ਜੇ ਪਵਿੱਤਰ ਦੂਤ ਹੈ ਔਰ ਉਹ ਗਲਤੀ ਨਾਲ ਉਹਨੂੰ ਰੱਬ ਕਰਕੇ ਕੀ ਕਹਿੰਦੇ ਨੇ ਰਚਨਹਾਰ ਸਮਝ ਕੇ ਕਰੋ ਤੇ ਉਹ ਡਕੇਗਾ। ਇਸ ਲਈ ਇਹਦੇ ਲਈ ਬਹੁਤ ਸਮਝ ਦੀ ਲੋੜ ਹੈਗੀ ਹੈ। ਤੇ ਫਿਰ ਇਹਦਾ ਮਤਲਬ ਹੈ ਅਗਰ ਉਹ ਨਹੀਂ ਡਕ ਰਿਹਾ ਤੇ ਇਹਦਾ ਮਤਲਬ ਕੋਈ ਡਿਵਾਈਨ ਪਰਸਨੈਲਿਟੀ ਹੈ, ਕੋਈ ਨਾ ਕੋਈ ਰੂਹਾਨੀ ਯਾਨੀ ਪਿਤਾ ਪੁੱਤਰ ਪਵਿੱਤਰ ਆਤਮਾ ਵਿੱਚੋਂ ਕੋਈ ਹੋਏਗਾ। ਲੇਕਿਨ ਦੂਸਰੇ ਪਾਸੇ ਸ਼ੈਤਾਨ ਦਾ ਵੀ ਧਿਆਨ ਰੱਖਣਾ ਹੈ ਅਸੀਂ। ਸੋ ਇਹ ਜਿਹੜੀ ਲਿਖਿਆ ਨਾ ਭਵਿੱਖਬਾਣੀ ਦੀ ਰੂਹ ਜਾਂ ਨਬੂਵਤ ਦੀ ਰੂਹ, ਇਹ ਪਵਿੱਤਰ ਆਤਮਾ ਦੇ ਥਾਂ ਹੀ ਲੋਕਾਂ ਨੇ, ਪਵਿੱਤਰ ਆਤਮਾ ਨੇ ਆਹ ਵਚਨ ਜਿਹੜਾ ਹੈ ਇਹ ਲਿਖਵਾਇਆ। ਦੂਸਰਾ ਪਤਰਸ ਅਗਰ ਦੇਖਿਆ ਜਾਏ ਤੇ ਉਹਦੀ ਪਹਿਲੇ ਦੀ 19 ਤੋਂ 21 ਦੇ ਵਿੱਚ ਤੇ ਦੂਸਰਾ ਤਮੋਥੀਅਸ 3 ਦੀ 16 ਦੇ ਵਿੱਚ ਕਿ ਇਹ ਜੋ ਕੁਛ ਵੀ ਗਵਾਹੀ ਹੈ ਇਹ ਪਵਿੱਤਰ ਆਤਮਾ ਜਿਹੜਾ ਹੈ ਇਹ ਦਿੰਦਾ ਹੈ। ਠੀਕ ਹੈ, ਕਿਉਂਕਿ ਪਵਿੱਤਰ ਆਤਮਾ ਨੂੰ ਪ੍ਰਭੂ ਯਿਸੂ ਮਸੀਹ ਦਾ ਵੀ ਆਤਮਾ ਕਿਹਾ ਗਿਆ ਹੈ। ਉਹ ਵੀ ਹਵਾਲੇ ਕੁਛ ਨੋਟ ਕਰ ਲਓ। ਚੇਲਿਆਂ ਦੇ ਕਰਤੱਵ ਉਹਦੀ 16 ਦੀ 7 ਆਇਤ ਤੇ ਪਹਿਲਾ ਪਤਰਸ 1 ਦੀ 10 ਤੇ 11 ਤੇ ਦੂਸਰਾ ਪਤਰਸ 1 ਦੀ 20 ਤੋਂ 21, ਸੈਕੰਡ ਪੀਟਰ ਚੈਪਟਰ 1 ਵਰਸ 20 ਤੇ 21 ਤੇ ਫਿਲਿਪੀਆਂ 1 ਦੀ 19। ਠੀਕ ਹੈ ਜੀ। ਹੁਣ ਇਹ ਇਸ ਲਈ ਕਿ ਜਿੱਥੇ ਯਿਸੂ ਮਸੀਹ ਦਾ ਆਤਮਾ, ਪਰਮੇਸ਼ਵਰ ਦਾ ਆਤਮਾ, ਜਿਸ ਤਰ੍ਹਾਂ ਅਸਾਂ ਪਵਿੱਤਰ ਆਤਮਾ ਦੀ ਨਾਵਾਂ ਦੀ ਸਟੱਡੀ ਵੀ ਕੀਤੀ ਸੀ ਕਿ ਉਹਨੂੰ ਕਿਹੜੇ ਕਿਹੜੇ ਨਾਂ ਤੋਂ ਪੁਕਾਰਿਆ ਜਾਂਦਾ ਹੈ, ਉਹਨਾਂ ਵਿੱਚ ਇਹ ਵੀ ਹੈ। ਸੋ ਇਸੇ ਬੇਸਿਕਲੀ ਇਹ ਜਿਹੜਾ ਵਚਨ ਹੈ ਔਰ ਇਹ ਖਾਸ ਤੌਰ 'ਤੇ ਪ੍ਰਕਾਸ਼ ਦੀ ਪੋਥੀ ਦਾ ਮੇਨ ਫੋਕਸ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਨੂੰ ਰਿਵੀਲ ਕੀਤਾ ਜਾਏ, ਮਤਲਬ ਇਹ ਜ਼ਾਹਿਰ ਕੀਤਾ ਜਾਏ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ। ਸੋ ਇਹ ਇੱਕ ਇਸ ਵਰਸ ਵਿੱਚ ਅਗਰ ਕੋਈ ਹੋਰ ਤੁਸੀਂ ਕੋਈ ਗੱਲ ਦੇਖ ਰਹੇ ਹੋ ਠੀਕ ਹੈ, ਨਹੀਂ ਤੇ ਫਿਰ ਤੁਸੀਂ 11ਵੀਂ ਆਇਤ ਦੇਖ ਲਓ, ਹੋਰ ਕੋਈ ਇਹਦੇ ਵਿੱਚ। ਸੋ ਹਾਂਜੀ, ਬਸ 19 ਦੀ 10। ਹਾਂਜੀ, ਆਪਾਂ ਨੇ ਲਿਖਿਆ ਵੀ ਯੂਹੰਨਾ ਉਹਦੀ ਪੂਜਾ ਕਰਨ ਲੱਗ ਪਿਆ। ਉਹ ਕਹਿੰਦਾ ਵੀ ਮੈਂ ਵੀ ਤੇਰੇ ਅਤੇ ਉਸ ਤੇਰੇ ਸਭ ਭਰਾਵਾਂ ਦਾ ਇੱਕ ਯਿਸੂ ਦੇ ਗਵਾਹ ਹਾਂ।
ਕਹਿੰਦਾ ਮੈਂ ਵੀ ਉਹੀ ਯਿਸੂ ਤੁਹਾਡੇ ਵਾਂਗੂ ਭਰਾ ਆ ਤੁਹਾਡੇ, ਜਦੋਂ ਤੁਸੀਂ ਗਵਾਹੀਆਂ ਦਿੰਦੇ ਮੈਂ ਵੀ ਉਹਦਾ ਹੀ ਉਹੀ ਕੰਮ ਕਰਦਾ। ਉਹਦੀ ਗਵਾਹੀ ਦੇ ਰਹੇ ਹਾਂ। ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਪੈਦਾ ਹੋਏ ਹਾਂ ਤੇ ਫਰਿਸ਼ਤਾ ਗਿਆ ਤੇ ਉਹ ਜਿਹੜੇ ਅਯਾਲੀ ਨੇ ਉਹ ਗਡਰੀਏ, ਉਹਨਾਂ ਨੂੰ ਕਹਿੰਦਾ ਯਾਰ ਇੱਕ ਜਾਓ ਉੱਥੇ ਇੱਕ ਬੱਚਾ ਖੁਰਲੀ 'ਚ ਹੈ, ਚਰਨੀ 'ਚ ਲਿਪਟਿਆ ਹੋਇਆ, ਕੱਪੜੇ 'ਚ ਲਿਪਟਿਆ ਹੋਇਆ, ਤੁਸੀਂ ਪਾਓਗੇ। ਉਹਨਾਂ ਨੂੰ ਉਹ ਬਾਹਰ ਮਤਲਬ ਆਪਣਾ ਖੇਤਾਂ 'ਚ ਚਰਾ ਰਹੇ ਸਨ, ਉੱਥੇ ਉਹਨਾਂ ਨੂੰ ਮੈਸੇਜ ਦਿੱਤਾ। ਫਿਰ ਯੂਸਫ ਨੂੰ ਦੱਸ ਰਿਹਾ, ਮਰੀਅਮ ਨੂੰ ਦੱਸ ਰਿਹਾ, ਤੇ ਇਸੇ ਤਰੀਕੇ ਨਾਲ ਇਹ ਮੈਸੇਂਜਰ ਨੇ ਕਿ ਸੁਨੇਹਾ ਲਿਆਉਣ ਵਾਲੇ। ਤੇ ਇਸ ਲਈ ਇਹ ਪ੍ਰਕਾਸ਼ ਦੀ ਪੋਥੀ 'ਚ ਕਿਹਾ ਗਿਆ ਜੀ ਕਿ ਇਹ ਜਿਹੜੇ ਫੈਲੀਡੈਲਫੀਆ ਦੇ ਕਲੀਸਿਆ ਦੇ ਫਰਿਸ਼ਤੇ ਨੂੰ ਲਿਖ, ਯਾਨੀ ਮੈਸੇਂਜਰ ਨੂੰ ਲਿਖ, ਭਈ ਉਹ ਜਿਹੜਾ ਰੱਬ ਕੋਲੋਂ ਪਾਸਟਰ ਨੂੰ ਲਿਖ, ਜਿਹੜਾ ਰੱਬ ਕੋਲੋਂ ਮੈਸੇਜ ਲੈ ਕੇ ਤੁਹਾਨੂੰ ਦਿੰਦਾ। ਸੋ ਇਹ ਇੱਕ ਇਹਦੇ ਵਿੱਚ ਤੁਸੀਂ ਠੀਕ ਕਹਿ ਰਹੇ ਹੋ। ਹਾਂ, ਤੇ ਅਖੀਰ ਦੇ ਵਿੱਚ ਲਿਖਿਆ ਹੈਗਾ ਇਹ ਯਿਸੂ ਦੀ ਗਵਾਹੀ ਦੀ ਆਤਮਾ ਹੈ ਜੋ ਨਵਿਆਂ ਨੂੰ ਪ੍ਰੇਰਨਾ ਦਿੰਦਾ ਹੈ। ਸੋ ਇਹ ਪਵਿੱਤਰ ਆਤਮਾ ਹੈ। ਠੀਕ ਹੈ, ਬਿਲਕੁਲ। ਉਹਦੇ ਥਾਂ ਹੀ ਇਹ ਵਚਨ ਲਿਖਿਆ ਗਿਆ, ਉਹਦੇ ਥਾਂ ਹੀ ਭਵਿੱਖਬਾਣੀਆਂ ਹੁੰਦੀਆਂ ਨੇ। ਆਪਣੀ ਅਕਲ ਨਾਲ ਲੋਕ ਨਹੀਂ ਬੋਲਦੇ। ਜਿਸ ਤਰ੍ਹਾਂ ਦੂਸਰਾ ਪਤਰਸ 1:19 ਤੋਂ 21 ਦੇ ਵਿੱਚ ਬੜਾ ਹੀ ਜ਼ਬਰਦਸਤ ਬਿਆਨ ਹੈ। ਤੇ ਦੂਸਰਾ ਤਮੋਥੀਅਸ 3:16 ਜੀ। ਹਾਂਜੀ, ਉਹ ਲਿਖਿਆ ਵੀ ਯਿਸੂ ਦੀ ਆਤਮਾ ਹੈ। ਹਾਂਜੀ, ਯਿਸੂ ਦੀ ਆਤਮਾ। ਠੀਕ ਹੈ, ਬਿਲਕੁਲ ਜੀ। ਤੇ ਹੁਣ 11ਵੀਂ ਪੜ੍ਹਦੇ ਭਾਜੀ ਹੁਣ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ ਉਹਦੀ 19-11 ਪੜ੍ਹਦੇ ਹਾਂ ਜੀ। ਉਹਦੇ 'ਚ ਲਿਖਿਆ ਹੈ, ਇਸ ਦੇ ਪਿੱਛੋਂ ਮੈਂ ਸਵਰਗ ਨੂੰ ਖੁੱਲ੍ਹਿਆ ਅਤੇ ਉੱਥੇ ਇੱਕ ਚਿੱਟੇ ਘੋੜੇ ਨੂੰ ਉਸ ਦੇ ਸਵਾਰ ਸਮੇਤ ਉਸ 'ਤੇ ਬੈਠਾ ਦੇਖਿਆ। ਉਸ ਸਵਾਰ ਦਾ ਨਾਂ ਵਿਸ਼ਵਾਸਯੋਗ ਅਤੇ ਸੱਚਾ ਸੀ। ਹਾਂਜੀ, ਉਸ ਦਾ ਨਾਂ ਸੀ ਵਿਸ਼ਵਾਸਯੋਗ ਅਤੇ ਸੱਚਾ, ਕਿਉਂਕਿ ਉਸ ਦਾ ਨਿਆਂ ਅਤੇ ਜੰਗ ਲੜਨਾ ਸੱਚਾਈ 'ਤੇ ਆਧਾਰਿਤ ਸੀ। ਵਾਹ, ਹਾਲੇਲੂਇਆ, ਪ੍ਰੇਜ਼ ਦ ਲਾਰਡ। ਇਹ ਦੇਖੋ ਜੀ, ਜਿਸ ਤਰੀਕੇ ਨਾਲ ਚੇਲਿਆਂ ਦੇ ਕਰਤੱਵ, ਇਹ ਪਹਿਲਾ ਪਾਰਟ ਉਹਦੀ 9 ਤੋਂ ਆਪਾਂ 11 ਵਰਸ ਵਿੱਚ ਵੇਖ ਰਹੇ ਹਾਂ ਕਿ ਜਿੰਜ ਪ੍ਰਭੂ ਯਿਸੂ ਮਸੀਹ ਮੁਰਦਿਆਂ 'ਚੋਂ ਜ਼ਿੰਦਾ ਹੋਏ, 40 ਦਿਨ ਰਾਤ ਇੱਥੇ ਰਹੇ, 40ਵੇਂ ਦਿਨ ਉਹ ਸਵਰਗਾਂ 'ਤੇ ਚੁੱਕੇ ਗਏ। ਠੀਕ ਹੈ, ਔਰ ਇਹਨੂੰ ਕਹਿੰਦੇ ਨੇ ਅਸੈਂਡ ਹੋ ਗਏ, ਸਾਊਦ ਫਰਮਾ ਗਏ, ਤੇ ਜਾ ਕੇ ਪਿਤਾ ਦੇ ਸੱਜੇ ਹੱਥ ਵਿਰਾਜਮਾਨ ਹੋ ਗਏ, ਯਾਨੀ ਉਹਦੇ ਹੀ ਥਰੋਨ 'ਤੇ। ਤੇ ਅਬਰਾਨੀਆਂ ਕੁਝ ਵਰਸਸ ਲਿਖ ਲਓ ਕਿ ਉਹ ਬੈਠੇ ਕਿੱਥੇ ਨੇ। ਅਬਰਾਨੀਆਂ 8:1, ਅਬਰਾਨੀਆਂ 10:12, ਤੇ ਪਹਿਲਾ ਪਤਰਸ ਉਹਦੀ 3:22 ਕਿ ਉਹ ਜਦੋਂ ਚੁੱਕੇ ਗਏ ਤੇ ਪਿਤਾ ਦੇ ਸੱਜੇ ਹੱਥ, ਕਿਬਰੀਆ ਦੇ ਦਾਹਿਨੇ ਹੱਥ 'ਤੇ ਵਿਆਹ ਬੈਠੇ। ਠੀਕ ਹੈ, ਇਸੇ ਤਰੀਕੇ ਨਾਲ ਫਿਰ ਅਸੀਂ ਦੇਖਦੇ ਹਾਂ ਕਿ ਉਹ ਜਦੋਂ ਜਾ ਰਹੇ ਸਨ ਤੇ ਉਹ 2 ਦੂਤ, ਪਵਿੱਤਰ ਦੂਤ, ਉਹਨਾਂ ਨੂੰ ਕਹਿੰਦੇ ਨੇ, ਚੇਲਿਆਂ ਨੂੰ ਤੇ ਸਾਰਿਆਂ ਨੂੰ, ਇਹ ਗਲੀਲੀ ਮਰਦੋ, ਬਈ ਤੁਸੀਂ ਗਲੀਲ ਦੇ ਰਹਿਣ ਵਾਲੇ ਹੋ, ਨਾ ਘਬਰੋ, ਜਿੰਜ ਯਿਸੂ ਗਿਆ ਨਾ ਇੰਜ ਹੀ ਤੁਸੀਂ ਉਹਨੂੰ ਬਦਲਾਂ 'ਤੇ ਆਉਂਦੇ ਵੇਖੋਗੇ। ਬਦਲ ਮੀਨਸ ਸ਼ਕੈਨਾ, ਮੀਨਸ ਕਿ ਅਨੋਇੰਟਿੰਗ, ਇੱਕ ਕਿਸਮ ਦਾ ਕੀ ਕਹਿ ਲਓ ਉਹਨੂੰ, ਮਸਲ ਕਹਿ ਲਓ, ਹੈ ਨਾ। ਸੋ ਇਹ ਉਹਨਾਂ ਨੂੰ ਉਹ ਦੱਸ ਰਹੇ ਨੇ ਕਿ ਭਾਈ ਇੰਜ ਹੀ ਉਹਨੇ ਆਉਣਾ ਹੈ। ਹੁਣ ਇਹ ਜਿਹੜੀ ਆਇਤ ਹੈ, ਇਹ ਦੱਸ ਰਹੀ ਹੈ ਕਿ ਉਹ ਸੱਚਾ ਤੇ ਬਰਹਕ ਕਹਿਲਾਉਂਦਾ ਹੈ, ਉਹ ਇਨਸਾਫ ਤੇ ਲੜਾਈ ਕਰਨ ਲਈ ਜਾਂ ਜੰਗ ਕਰਨ ਲਈ ਆ ਰਿਹਾ। ਇਹ ਆਇਤ ਇਹ ਦਰਸਾਉਂਦੀ ਹੈ ਕਿ ਇਹ ਪ੍ਰਭੂ ਯਿਸੂ ਮਸੀਹ ਦੀ ਸੈਕੰਡ ਕਮਿੰਗ ਦਾ ਸੈਕੰਡ ਇਵੈਂਟ ਹੋਏਗਾ, ਫਿਜ਼ੀਕਲੀ ਲੈਂਡਿੰਗ ਦਾ। ਪਹਿਲੇ ਤੇ ਉਹ ਪਹਿਲਾ ਤਸਲਨੀਕੀਆਂ 4:13 ਤੋਂ 19 ਦੇ ਵਿੱਚ ਪ੍ਰਭੂ ਯਿਸੂ ਮਸੀਹ ਆਣਗੇ ਬਦਲਾਂ 'ਤੇ। ਬਾਕੀ ਦੁਨੀਆ ਨੂੰ ਨਹੀਂ ਪਤਾ ਲੱਗੇਗਾ, ਉਹ ਆਪਣਾ ਕੰਮ ਕਰ ਰਹੇ ਹੋਣਗੇ। ਇੱਕ ਤੁਰੀ ਵਜੇਗੀ ਨਰਸਿੰਘਾ, ਉਹ ਹੈਗਾ ਚੋਰ ਦੀ ਤਰ੍ਹਾਂ ਆਉਣਾ, ਉਹ ਹੈਗਾ ਚੋਰ ਦੀ ਤਰ੍ਹਾਂ, ਚੋਰ ਦੇ, ਉਹ ਉੱਥੇ ਆਏਗਾ
ਇਹ ਬਿਲਕੁਲ ਇਹ ਬੜੀ ਅੱਛੀ ਗੱਲ ਹੈ। ਜੇ ਉਹ ਕਹਿੰਦਾ ਮੈਂ ਚੋਰ ਦੀ ਤਰ੍ਹਾਂ ਆਵਾਂਗਾ ਤੇ ਫਿਰ ਤੇ ਉਹਨੂੰ ਕੋਈ ਨਹੀਂ ਵੇਖ ਸਕਦਾ। ਇਸ ਲਈ ਇਹ ਸਾਰੀਆਂ ਗੱਲਾਂ ਇਹ ਦੱਸਦੀਆਂ ਨੇ ਕਿ ਜੀਸਸ ਦੀ ਸੈਕੰਡ ਕਮਿੰਗ ਦੇ ਦੋ ਇਵੈਂਟਸ ਨੇ। ਨੰਬਰ 1 ਤੇ ਉਹ ਬਦਲਾ ਤੱਕ ਆਏਗਾ, ਚੋਰ ਦੀ ਤਰ੍ਹਾਂ ਆਏਗਾ, ਠੀਕ ਹੈ। ਔਰ ਬਾਕੀ ਆਪਣਾ ਕੰਮ ਕਰ ਰਹੇ ਹੋਣਗੇ, ਲੇਕਿਨ ਜਿਹੜੇ ਲੋਕ ਉਹਦੇ ਖੂਨ ਖਰੀਦੇ ਨੇ, ਜਿਨ੍ਹਾਂ ਨੇ ਆਪਣੇ ਪਾਪਾਂ ਦਾ ਪਰਸ਼ਤਾਪ ਕੀਤਾ, ਉਹਨੂੰ ਆਪਣਾ ਮੁਕਤੀਦਾਤਾ ਮੰਨਿਆ ਤੇ ਤਿਆਰ ਹੈਗੇ ਨੇ। ਅਬਰਾਨੀਆਂ 9 ਦੀ 28 'ਚ ਕਿ ਉਹ ਹੀ ਚੁੱਕੇ ਜਾਣਗੇ। ਧਰਮੀ ਦੇ ਸਾਰੇ ਹੀ ਨੇ, ਉਹ ਯਿਸੂ ਦੇ ਖੂਨ ਖਰੀਦੇ ਵੀ, ਲੇਕਿਨ ਉਹ ਹੀ ਚੁੱਕੇ ਜਾਣਗੇ ਜਿਹੜੇ ਉਸ ਵੇਲੇ ਜਿਹੜੇ ਰੋਜ਼ ਉਹਦਾ ਇੰਤਜ਼ਾਰ ਕਰਦੇ ਨੇ। ਦੁਲਹਨ ਜਿਹੜੀ ਹੈ ਵੋਟੀ ਕਹਿੰਦੀ ਆਏ ਅੱਜ ਹੀ ਆ ਰਿਹਾ ਮੇਰਾ ਲਾੜਾ, ਚੋਰ ਦੀ ਤਰ੍ਹਾਂ ਆਏਗਾ। 10 ਕੁਮਾਰੀਆਂ ਦੀ ਉਹ ਵਰਜਨਸ ਦੀ ਬਿਲਕੁਲ, ਤੇ ਉਹ 5 ਤਿਆਰ ਸਨ ਜੀ। ਹਾਂ, ਉਹ ਤਿਆਰ ਸੀਗਾ, ਰੈਡੀ ਸੀ। ਉਹ ਅੰਦਰ ਚਲੇ ਗਈਆਂ, ਦੂਜੀਆਂ ਪਿੱਛੇ ਰਹਿ ਗਈਆਂ। ਉਹ ਤਿਆਰ ਨਹੀਂ, ਵੇਟ ਸਾਰੀਆਂ ਕਰਦੀਆਂ ਸੀਗੀਆਂ ਪਰ ਤਿਆਰ ਹੀ ਨਹੀਂ ਸੀ ਸਾਰੀਆਂ। ਸੋ ਵੇਟ ਕਰਨ ਦੇ ਨਾਲ ਨਾਲ ਤਿਆਰੀ ਵੀ ਚਾਹੀਦੀ ਹੈ। ਤਿਆਰੀ ਚਾਹੀਦੀ ਹੈ ਕਿ ਅੱਜ ਹੀ ਹੈ। ਚੋਰ ਦੀ ਤਰ੍ਹਾਂ ਉਹ ਕੀ ਕਹਿੰਦੇ ਨੇ, ਜੇ ਯਿਸੂ ਨੇ ਕੀ ਕਿਹਾ, ਜੇ ਘਰ ਵਾਲਿਆਂ ਨੂੰ ਪਤਾ ਲੱਗ ਜਾਏ ਡਾਕਾ ਪੈਣਾ, ਉਹ ਪੈਣ ਦੇਣਗੇ। ਬਿਲਕੁਲ, ਉਹ ਤੇ ਪੁਲਿਸ ਨੂੰ ਬੁਲਾ ਲੈਣਗੇ ਜਾਂ ਕੋਈ ਆਪਣੀਆਂ ਗੰਨਾਂ ਛੰਨਾਂ ਲੈ ਕਹਿ ਰਿਹਾ ਜੇ ਨੂੰਹ ਦੇ ਜ਼ਮਾਨੇ 'ਚ ਹੋਇਆ ਸੀ। ਸੋ ਦੁਨੀਆ ਜਿਹੜੀ ਹੈ ਉਹ ਯਾਸ਼ੀ ਕਰ ਰਹੀ ਹੈ, ਨੂੰਹ ਤੇ ਉਹਦਾ ਖਾਨਦਾਨ ਕਸ਼ਤੀ ਤਿਆਰੀ ਕਰ ਰਿਹਾ ਕਿ ਚਲੋ ਭਾਈ, ਤੇ ਉਹ ਪ੍ਰਚਾਰ ਕਰ ਰਿਹਾ। ਉਹਨਾਂ ਆਖਿਆ ਇਹ ਬਾਬੇ ਦਾ ਦਿਮਾਗ ਖਰਾਬ ਹੈ, ਇੱਥੇ ਤੇ ਬਾਰਿਸ਼ ਹੀ ਕਦੀ ਨਹੀਂ ਹੋਈ। ਸੋ ਕਹਿੰਦਾ ਇੰਝ ਹੀ ਮੇਰਾ ਆਉਣਾ ਹੋਏਗਾ, ਚੋਰ ਦੀ ਤਰ੍ਹਾਂ ਆਉਣਾ ਹੋਏਗਾ। ਸੋ ਅਸੀਂ ਇੱਥੇ ਦੇਖ ਰਹੇ ਹਾਂ ਕਿ ਇਹ ਯਹੂਨਾ ਇੱਥੇ ਕਹਿ ਰਿਹਾ ਕਿ ਸਵਰਗਾਂ ਤੇ ਇੱਕ ਅਸਮਾਨ ਨੂੰ ਯਾਨੀ ਹੈਵਨ ਨੂੰ ਖੁੱਲਿਆ ਦੇਖਿਆ। ਇਹ ਖੁੱਲਿਆ ਇਸ ਲਈ ਨਹੀਂ ਸੀ ਕਿ ਕੋਈ ਉੱਧਰ ਜਾ ਰਿਹਾ ਹੈ, ਬਲਕਿ ਉੱਥੋਂ ਪ੍ਰਭੂ ਯਿਸੂ ਮਸੀਹ ਹੁਣ ਧਰਤੀ ਤੇ ਨਿਆਂ ਕਰਨ ਲਈ ਆ ਰਹੇ ਨੇ, ਠੀਕ ਹੈ। ਔਰ ਉਹ ਆ ਰਹੇ ਨੇ ਤੇ ਉਹਦੇ ਫਾਲੋਅਰਸ ਯਾਨੀ ਉਹੀ ਪਵਿੱਤਰ ਦੂਤ ਤੇ ਉਹਦੀ ਵੋਟੀ, ਜਿਨ੍ਹਾਂ ਦੀ ਉੱਤੇ ਅਸੀਂ ਵੇਖ ਲਿਆ 19 ਚੈਪਟਰ ਵਿੱਚ ਉਹਨਾਂ ਦੀ ਵਿਆਹ ਤੇ ਹਰ ਇੱਕ ਦਾ ਹੋ ਜਾਂਦਾ ਹੈ। ਜਿਹੜਾ ਪ੍ਰਭੂ ਯਿਸੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਦਾ ਉਹਦੀ ਵੋਟੀ ਬਣ ਜਾਂਦੀ ਹੈ, ਲੇਕਿਨ ਉੱਤੇ ਜ਼ਿਆਫਤ ਤੋਂ ਆ ਰਹੇ ਨੇ। ਸੋ ਇਹ ਅਸਮਾਨ ਇਸ ਲਈ ਨਹੀਂ ਖੁੱਲਿਆ ਕਿ ਇੱਥੋਂ ਕੋਈ ਆਵੇ, ਉੱਤੋਂ ਕੋਈ ਆ ਰਿਹਾ। ਸੋ ਇਹ ਹੁਣ ਨਿਆਂ ਕਰਨ ਲਈ ਆ ਰਿਹਾ। ਇਹ ਉਹਦੀ ਫਿਜ਼ੀਕਲ ਲੈਂਡਿੰਗ ਹੈ, ਜ਼ਾਹਿਰਾ ਆਮਦ ਹੈ। ਸੋ ਇਸ ਚਿੱਟਾ ਘੋੜਾ ਜਿਹੜਾ ਨਾ ਇਹ ਜਿਹੜਾ ਸੀ ਨਾ, ਇਹ ਰੋਮੀ ਹੁਕੂਮਤ ਦੇ ਨਾਲ ਬੜਾ ਹੀ ਰਿਲੇਟ ਕੀਤਾ ਹੈ ਬਾਈਬਲ ਨੂੰ ਕਿ ਇਹ ਜਿਹੜਾ ਜੇਤੂ ਜਾਂ ਆਰਮੀ ਵਾਲੇ ਵੀ ਬੈਠੇ ਦੇ ਨੇ ਤੇ ਟੈਂਕ ਸ਼ੈਂਕ ਤੇ ਬਾਅਦ ਵਿੱਚ ਆਏ ਤੇ ਉਹ ਫਿਰ ਘੋੜਿਆਂ ਤੇ ਆਉਂਦੇ ਸਨ। ਤੇ ਘੋੜੇ ਤੇ ਜਿਹੜਾ ਜੇਤੂ ਮੇਜਰ ਜਨਰਲ ਹੁੰਦਾ ਸੀ ਉਹ ਆਉਂਦਾ ਸੀ। ਅੱਛਾ, ਘੋੜੇ ਤੇ ਆਉਣ ਦਾ ਮਤਲਬ ਇਹ ਹੁੰਦਾ ਸੀ ਕਿ ਲਓ ਜੀ ਉਹ ਜੰਗ ਕਰਨ ਲਈ ਆ ਰਿਹਾ। ਤੇ ਅਸੀਂ ਕਹਿੰਦੇ ਹਾਂ ਜਦੋਂ ਪ੍ਰਭੂ ਯਿਸੂ ਮਸੀਹ ਉਹ ਪਾਮ ਸੰਡੇ ਵਾਲੇ ਦਿਨ ਉਹ ਜ਼ਕਰੀਆ 9:9 'ਚ ਲਿਖਿਆ ਗਧੇ ਦੇ ਬੱਚੇ ਉੱਤੇ ਆ ਰਹੇ, ਗਧੇ ਉੱਤੇ ਆ ਰਹੇ। ਇਹਦਾ ਮਤਲਬ ਸੀ ਉਹ ਜਦੋਂ ਬਾਦਸ਼ਾਹ ਗਧੇ ਦੇ ਬੱਚੇ ਜਾਂ ਉਹਦੇ ਉੱਤੇ ਬਹਿ ਕੇ ਆਉਂਦਾ ਸੀ, ਇਹ ਸ਼ਾਂਤੀ ਦਾ ਪੈਗਾਮ ਸੀ। ਲੋਕ ਸਮਝ ਜਾਂਦੇ ਸਨ ਕੋਈ ਡਰ ਨਹੀਂ। ਲੇਕਿਨ ਹੁਣ ਜਿਹੜਾ ਪ੍ਰਭੂ ਯਿਸੂ ਮਸੀਹ ਉਹੀ ਜਿਹੜਾ ਪਹਿਲੇ ਉਹ ਕੀ ਜੀ ਯਸਾਇਆ 53 'ਚ ਬੜਾ ਦੀਨ ਹੋ ਕੇ, ਜਿਸ ਤਰ੍ਹਾਂ ਪੂਰੇ ਚੈਪਟਰ ਵਿੱਚ ਲਿਖਿਆ ਹੈ ਕਿ ਜਿਸ ਤਰ੍ਹਾਂ ਇੱਕ ਭੇਡ ਆਪਣੇ ਵਾਲ ਕੁਤਰਨੇ ਵਾਲਿਆਂ ਦੇ ਅੱਗੇ ਬੇਜ਼ੁਬਾਨ ਹੁੰਦੀ ਹੈ, ਚੁੱਪ ਕਰਨੀ ਰਹਿੰਦੀ ਹੈ ਉਹਦੇ ਵਾਲ। ਇਹ ਇੰਝ ਹੀ ਪ੍ਰਭੂ ਯਿਸੂ ਮਸੀਹ ਦੀ ਬੜੀ ਸੋਹਣੀ ਪਿਕਚਰ ਦੱਸੀ ਗਈ ਹੈ। ਲੇਕਿਨ ਹੁਣ ਉਹਦੇ ਹੱਥ 'ਚ ਕੀ ਹੋਣਾ ਜੀ? ਲੋਹੇ ਦਾ ਸੋਟਾ ਹੋਏਗਾ। ਔਰ ਉਹ ਹੁਣ ਘੋੜੇ ਤੇ ਆ ਰਿਹਾ। ਇੱਕ ਚਿੱਟੇ ਘੋੜੇ ਤੇ ਅਸਾਂ ਇਹ ਵੇਖਿਆ ਸੀ ਜਦੋਂ ਪ੍ਰਭੂ ਯਿਸੂ ਮਸੀਹ ਨੇ ਨਾ 6ਵੇਂ ਰੈਵਲੇਸ਼ਨ ਜਾਂ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 6 ਦੇ ਵਿੱਚ ਇੱਕ ਹੋਰ ਚਿੱਟਾ ਘੋੜਾ ਨਜ਼ਰ ਆਇਆ ਸੀ। ਲੇਕਿਨ ਉਹਦੇ ਉੱਤੇ ਘੋੜ ਸਵਾਰ ਇੱਕ ਹੋਰ ਸੀ, ਜਿਹਦੇ ਕੋਲ ਕੀ ਸੀ ਜੀ? ਤੁਸੀਂ ਦੱਸੋ। ਕੱਲਾ ਕਮਾਨ ਹੀ ਸੀਗਾ, ਤੀਰ ਵੀ ਹੈ ਨਹੀਂ ਸੀਗਾ। ਤੀਰ ਵੀ ਨਹੀਂ ਸੀ। ਆਪਾਂ ਕਈ ਵਾਰੀ ਤੀਰ ਕਮਾਨ ਕਹਿੰਦੇ, ਉਹ ਕੱਲਾ ਕਮਾਨ ਜੇ ਤੀਰ ਚਲਾਈਦਾ ਹੁੰਦਾ ਉਹੀ ਸੀਗਾ। ਤੇ ਇੱਕ ਹੀ ਉਹਨੂੰ ਉਹ ਕਰਾਊਨ ਦਿੱਤਾ ਗਿਆ ਸੀ, ਤਾਜ। ਉਹ ਸਾਡੇ ਯਿਸੂ ਕੋਲ ਤੇ ਤਾਜ ਹੀ ਤਾਜ। ਉਹ ਯਿਸੂ ਨਹੀਂ ਹੈਗਾ, ਇੱਥੇ ਯਿਸੂ, ਇਹ ਯਿਸੂ ਜਿਹਦੇ ਮੂੰਹ ਵਿੱਚੋਂ
ਦੋ ਧਾਰੀ ਤਲਵਾਰ ਨਿਕਲਦੀ ਹੈ ਵਚਨ ਦੀ। ਹਾਲੇਲੂਇਆ। ਸੋ ਇੱਥੇ ਹੁਣ ਉਹ ਆ ਰਿਹਾ ਹੈ, ਔਰ ਇਹ ਹੋਏਗਾ ਜਦੋਂ ਰੈਪਚਰ ਹੋ ਜਾਣਾ ਹੈ, ਔਰ ਉਹਦੇ ਬਾਅਦ ਤਕਰੀਬਨ 7 ਸਾਲ ਉਹ ਯਹੂਦੀਆਂ ਲਈ, ਖੁਦਾ ਦੀ ਕੌਮ ਲਈ ਕਟਾਏ ਜਾਣਗੇ। ਉਹ ਕੀ ਹੈ, ਮਤੀ 24 ਉਹਦੀ 22 ਦੇ ਵਿੱਚ ਲਿਖਿਆ ਹੈ, ਜੇ ਇਹ ਦਿਨ ਬਰਗਜ਼ੀਦੇ ਰਾਈਚਸ ਯਾਨੀ ਯਹੂਦੀਆਂ ਲਈ ਨਾ ਘਟਾਏ ਜਾਂਦੇ, ਪਲੱਸ ਇਹਨਾਂ ਵਿੱਚ ਉਹ ਵੀ ਸ਼ਾਮਲ ਕਰ ਲਓ ਕਿਹੜੇ ਜਿਹੜੇ ਉਸ ਵੇਲੇ ਵਿਸ਼ਵਾਸ ਲਿਆਉਣਗੇ, ਤੇ ਫਿਰ ਕੋਈ ਨਾ ਬਚਦਾ। ਸੋ ਜੀ ਗੈਰ ਯਹੂਦੀ ਵਿਸ਼ਵਾਸ ਲੈਣ ਦੋ ਵੀ ਯਹੂਦੀ ਬਣਦਾ, ਉਹ ਕਿੰਜ ਬਣ ਗਏ ਜੀ। ਇਫਸੀਆਂ 3:6 ਹਾਂਜੀ ਹਾਂਜੀ, ਕਿ ਮਸੀਹ ਯਿਸੂ ਦੇ ਸ਼ੁਭ ਸਮਾਚਾਰ ਉੱਤੇ ਜਿਹੜਾ ਵਿਸ਼ਵਾਸ ਲਿਆਂਦਾ ਉਹ ਇਬਰਾਹਿਮ ਦੀ ਨਸਲ ਤੇ ਜਿਹੜੇ ਵਾਅਦੇ ਉਹਨਾਂ ਨਾਲ ਹੋਏ ਨੇ ਤੇ ਉਹਨਾਂ ਦੇ ਵੀ ਭਾਗੀ, ਤੇ ਪਲੱਸ ਜਿਹੜੀ ਇਨਹੈਰੀਟੈਂਸ ਜਾਂ ਉਹਨਾਂ ਨੂੰ ਕੀ ਮਿਰਾਸ ਦਿੱਤੀ ਗਈ ਹੈ, ਇਹ ਪੜ੍ਹ ਦਿਓ। ਇਹ ਉਹਦੇ ਵਿੱਚ ਵੀ ਸ਼ਾਮਲ ਹੋ ਕੇ ਰੂਹਾਨੀ ਇਸਰਾਈਲ ਬਣ ਜਾਂਦੇ। ਸੋ ਇਹ ਦਿਨ ਉਹਦੇ ਬਾਅਦ ਇਹ ਥੋੜ੍ਹੇ ਆਖਰੀ 3.5 ਸਾਲ ਜਿਹੜੇ ਗ੍ਰੇਟ ਰੈਵੋਲੂਸ਼ਨ ਦੇ ਨੇ, ਬੜੀ ਮੁਸੀਬਤਾਂ ਤੋਂ ਪਹਿਲੇ ਇੱਕ ਜੰਗ ਹੋਣੀ ਜੇ, ਹਰ ਮਜਦੂਨ ਦੀ ਜੰਗ ਦੇ ਵਿੱਚ ਇਹ ਹੁਣ ਜਦੋਂ ਯਿਸੂ ਆਏਗਾ ਉਦੋਂ ਇਹ ਸ਼ੁਰੂ ਹੋਏਗੀ। ਔਰ ਕਿੰਜ ਹੋਏਗੀ ਕਿ ਜਿਹੜਾ ਜ਼ੈਤੂਨ ਦਾ ਪਹਾੜ ਹੈ, ਉਹ ਜਿਹੜੀ ਯੂਸਫਤ ਦੀ ਵਾਦੀ ਹੈ ਨਾ, ਉਹਨੂੰ ਇੰਜ ਕ੍ਰਾਸ ਕਰ ਰਿਹਾ, ਇੰਜ ਕ੍ਰਾਸ ਕਰ ਰਿਹਾ, ਇਹ ਵਾਦੀ ਹੈ ਕ੍ਰਾਸ ਕਰ। ਇਹ ਪਹਾੜ ਜਦੋਂ ਯਿਸੂ ਦੇ ਕਦਮ ਟਿਕਣਗੇ, ਚਰਚ ਉਹਦੇ ਨਾਲ ਹੋਏਗਾ, ਪਵਿੱਤਰ ਦੂਤ ਹੋਣਗੇ, ਇਹ ਇੰਜ ਸਰਕ ਜਾਏਗਾ ਤੇ ਚੜ੍ਹਦਿਆਂ ਤੇ ਲਹਿੰਦਿਆਂ ਈਸਟ ਤੇ ਵੈਸਟ ਇਹ 200 ਮੀਲ ਦੀ ਫਿਰ ਇੱਕ ਵਾਦੀ ਬਣ ਜਾਏਗੀ। ਔਰ ਇੱਥੇ ਫਿਰ ਇੰਨਾ ਇਹ ਪ੍ਰਭੂ ਯਿਸੂ ਮਸੀਹ ਉਦੋਂ ਜੰਗ ਕਰਨ ਲਈ ਲੜਾਈ, ਇੱਥੇ ਲਿਖਿਆ ਹੈ ਉਹ ਰਾਈਚਸ ਹੈਗਾ, ਉਹ ਮਤਲਬ ਧਰਮੀ ਤੌਰ ਤੇ ਕਰੇਗਾ। ਹੁਣ ਧਰਮੀਆਂ ਲਈ ਕੁਝ ਆਇਤਾਂ ਤੇ ਤੁਸੀਂ ਪਲੀਜ਼ ਇਹ ਲਿਖ ਲਓ, ਇਹ ਲਿਖ ਲਓ, ਇਹ ਕਿੰਜ ਅਸੀਂ ਉਹਨੂੰ ਕਹਿ ਸਕਦੇ ਹਾਂ ਧਰਮੀ। ਜ਼ਬੂਰ 7 ਦੀ 11 ਤੇ 12 ਤੇ ਯਸਾਇਆ 11 ਦੀ 35 ਤੇ ਪ੍ਰਕਾਸ਼ ਦੀ ਪੋਥੀ 2 ਦੀ 16 ਤੇ 1 ਦੀ 2। ਠੀਕ ਹੈ। ਹੁਣ ਹੁਣ ਪ੍ਰਕਾਸ਼ ਦੀ ਪੋਥੀ 3 ਦੀ 14 ਵੀ ਇੱਥੇ ਮੈਂ ਦੇਖ ਰਿਹਾ, ਉਹ ਸਾਨੂੰ ਦੱਸਦੀ ਹੈ ਕਿ ਉਹ ਸੱਚਾ ਤੇ ਬਰਹਕ ਹੈ, ਹੈ ਨਾ। ਇਹ ਸਾਰੀਆਂ ਆਇਤਾਂ ਦੱਸਦੀਆਂ ਨੇ ਕਿ ਉਹ ਇਹ ਹੁਣ ਇਹ ਜਿਹੜੀ ਜੰਗ ਹੈ ਇਹ ਉਹ ਯਿਸੂ ਲਈ ਜ਼ਾਤੀ ਗੱਲ ਨਹੀਂ, ਬਲਕਿ ਵਿਕਟ ਲੋਕ ਜਾਂ ਜਿਹੜੇ ਅਵਿਸ਼ਵਾਸੀ ਨੇ ਤੇ ਜਿਹੜੇ ਉਦੋਂ ਵਿਸ਼ਵਾਸੀ ਹੋਣਗੇ ਜਾਂ ਇਮਾਨਦਾਰਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਲਈ ਜੰਗ ਕਰੂਗਾ। ਠੀਕ ਹੈ। ਸੋ ਇਹ ਜਿਹੜਾ ਨਾ ਇਹ ਆਰਮਾਗਡਨ ਦੀ ਜੰਗ ਦੇ ਵਿੱਚ ਫਿਰ ਫਰਿਸ਼ਤੇ ਤੇ ਫਿਰ ਕਿਉਂਕਿ ਇਸ ਤੋਂ ਪਹਿਲੇ ਕਾਫੀ ਕੁਛ ਉਹ ਯਹੂਦੀ ਕੌਮ ਨੂੰ ਅੱਧਾ ਸ਼ਹਿਰ ਲੈ ਲਿੱਤਾ ਜਾਏਗਾ। ਦੂਸਰਾ ਥਸਲਨੀਕੀਆਂ 2 ਦੀ ਦੂਸਰਾ ਚੈਪਟਰ ਵਿੱਚ ਨਾ ਪੂਰਾ ਅਗਰ ਅਸੀਂ ਪੜ੍ਹੀਏ ਕਿ ਬਈ ਮਤਲਬ ਪਹਿਲੀਆਂ 5 ਆਇਤਾਂ ਵਿੱਚ ਕਿ ਬਈ ਉਹ ਜਦੋਂ ਆਉਣਗੇ ਤੇ ਕਿਸ ਤਰ੍ਹਾਂ ਔਰਤਾਂ ਨੂੰ ਰੇਪ ਕਰਨਗੇ ਜਾਂ ਕਿ ਬੇਇੱਜ਼ਤ ਕਰਨਗੇ, ਤੇ ਇਹ ਬੜਾ ਸਾਰਾ ਮਾੜਾ ਹਾਲ ਹੈ। ਉਦੋਂ ਫਿਰ ਇਹ ਵਾਕਿਆ ਹੋਏਗਾ। ਸੋ ਇਹਦੇ ਵਿੱਚ ਇਹ ਕੋਈ ਯਿਸੂ ਦਾ ਆਪਣਾ ਨਹੀਂ, ਸਿਰਫ ਇਹ ਹੈ ਕਿ ਵਿਸ਼ਵਾਸੀਆਂ ਨੂੰ ਆਪਣੀ ਕੌਮ ਨੂੰ ਬਚਾਉਣ ਦੇ ਲਈ ਹੋਰ ਜਿਹੜੇ ਉਹਦੀ ਕੌਮ ਵਿੱਚ ਸ਼ਾਮਲ ਹੋ ਜਾਣਗੇ ਤੇ ਸਾਰੇ ਹੀ ਹੋਣਗੇ ਜਿਹੜੇ ਯਿਸੂ ਮਸੀਹ ਦੇ। ਉਹ ਵਰਸ ਇੱਕ ਤੁਸੀਂ ਪੜ੍ਹ ਰਹੇ ਸੋ, ਇਫਸੀਆਂ 3:6 ਉਹ ਪੜ੍ਹ ਦਿਓ। ਹਾਂ ਅੱਛਾ ਕਲੀਅਰ ਕਰ ਦਿਓ ਇਹਨੂੰ। ਜੀ ਆਪਾਂ ਪੜ੍ਹਦੇ ਹਾਂ ਜੀ ਇਫਸੀਆਂ 3:6 ਜੀ। ਉਹਦੇ 'ਚ ਲਿਖਿਆ ਹੈ, ਇਹ ਭੇਦ ਇਹ ਹੈ ਕਿ ਸ਼ੁਭ ਸਮਾਚਾਰ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਵੀ ਯਹੂਦੀ ਲੋਕਾਂ ਦੇ ਨਾਲ ਪਰਮੇਸ਼ਵਰ ਦੀ
ਪ੍ਰਤਿਗਿਆ ਕੀਤੀ ਅਸੀਸ ਦੇ ਭਾਗੀ ਹਨ ਅਤੇ ਉਹਨਾਂ ਦੇ ਨਾਲ ਇਹ ਵੀ ਸਰੀਰ ਦੇ ਅੰਗ ਵੀ ਹਨ। ਹਾਂਜੀ। कोई चीज़ यानी कि वो यहूदी नस्ली ने, जनरेशनल यहूदी ने, नस्ल दर नस्ल, लेकिन असी यसु मसीह ਦੇ ਵਸੀਲੇ ਨਾਲ ਇਹ ਜੋ ਕੋਈ ਤੁਸੀਂ ਤਿੰਨ ਚੀਜ਼ਾਂ ਪੜ੍ਹੀਆਂ ਨੇ ਹਰ ਵਿਸ਼ਵਾਸੀ ਹੈ। ਇਸ ਲਈ ਇਹ ਬੜਾ ਜ਼ਰੂਰੀ ਹੈ ਕਿ ਸਾਨੂੰ ਉਹਨਾਂ ਲਈ ਆਪਣੇ ਭਰਾਵਾਂ ਬਜ਼ੁਰਗਾਂ ਯਹੂਦੀ ਕੌਮ ਲਈ ਦੁਆ ਕਰਨੀ ਚਾਹੀਦੀ। ਬਿਲਕੁਲ ਠੀਕ ਹੈ, ਇਹਦੇ ਵਿੱਚ ਹੋਰ ਕੋਈ ਗੱਲ ਨਹੀਂ? ਬਹੁਤ ਵਧੀਆ ਜੀ। ਸੋ ਇਹ ਇਸ ਲਈ ਲਿਖਿਆ ਹੈ ਕਿ ਉਹ ਸੱਚਾ ਵੇ ਤੇ ਲੜਾਈ ਕਰਦਾ ਹੈ। ਹਾਂ, ਅਸੀਂ ਯਿਸੂ ਨੂੰ ਅਧੀਨ ਵੇਖ ਰਹੇ ਹਾਂ, ਹੁਣ ਉਹਨੂੰ ਵੇਖ ਰਹੇ ਹਾਂ, ਕਿਉਂਕਿ ਖੁਦਾ ਦੀ ਨੇਚਰ, ਉਹਦੀ ਕੀ ਕਹਿੰਦੇ ਨੇ ਕਰੈਕਟਰ ਦਾ ਇੱਕ ਹਿੱਸਾ ਇਹ ਵੇ ਕਿ ਉਹ ਅਣਕਰ ਰੱਖਣੇ ਵਾਲਾ ਵੀ ਹੈ। ਜਦੋਂ ਗੁਨਾਹ ਤੁਸੀਂ ਦੱਸਦੇ ਹੁੰਦੇ ਹੋ ਕਿ ਸਿਰ ਤੋਂ ਟੱਪ ਕੇ ਉੱਤੇ ਪਹੁੰਚ ਜਾਂਦਾ ਹੈ, ਬਸ ਉਹਦਾ ਫਿਰ ਨਿਆਂ ਸ਼ੁਰੂ ਹੋ ਜਾਂਦਾ ਹੈ। ਫਿਰ ਉਹ ਹੀ ਦਿਆਲੂ ਕਿਰਪਾਲੂ ਜਿਹੜਾ ਨਾ ਉਹ ਪਸੰਦ ਕਰਨੇ ਵਾਲੀ ਅੱਗ ਬਣ ਜਾਂਦੀ ਹੈ। ਫਰਕ ਉਹਦੇ 'ਚ ਨਹੀਂ ਹੈ, ਕਿਉਂਕਿ ਤੁਸੀਂ ਬੜਾ ਅੱਛਾ ਬਿਆਨ ਕਰਦੇ ਹੋ, ਕਿਉਂਕਿ ਅਸੀਂ ਮੌਕਾ ਦਿੰਦੇ ਹਾਂ ਪਾਪ ਨੂੰ। ਹਬਕੂਕ 1:13 'ਚ ਲਿਖਿਆ ਹੈ, ਉਹ ਪਾਪੀ ਨਾਲ ਤੇ ਪਿਆਰ ਕਰਦਾ ਪਰ ਪਾਪ ਨਾਲ ਉਹਨੂੰ ਨਫ਼ਰਤ ਹੈ। ਪਾਪ ਜਦੋਂ ਪਹੁੰਚਦਾ ਨਾ ਤੇ ਫਿਰ ਉਹ ਬੜੇ ਮੌਕੇ ਦੇਖਦਾ ਹੈ, ਇਹਨਾਂ ਨੂੰ ਮੌਕਾ ਦੇ ਦਿਓ, ਬਾਜ਼ ਆ ਜਾਣ ਲੇਕਿਨ ਫਿਰ ਉਹਨੂੰ ਕੌਣ ਡੱਕ ਸਕਦਾ? ਇਹ ਉਹਦਾ ਇੱਕ ਤਰੀਕਾ ਹੈ। ਠੀਕ ਹੈ ਸਰ? ਹਾਂਜੀ, ਠੀਕ ਹੈ ਜੀ। ਆਪਾਂ ਇੱਥੇ ਫਿਨਿਸ਼ ਕਰਦੇ ਹਾਂ ਜੀ। ਥੈਂਕ ਯੂ ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਹਰ ਸਮੇਂ ਹਰ ਘੜੀ ਆਪ ਦੀ ਦਇਆ ਰਹਿਮ ਕਿਰਪਾ ਦੇ ਲਈ, ਔਰ ਅੱਜ ਦੇ ਇਸ ਵਚਨ ਦੇ ਲਈ, ਪਵਿੱਤਰ ਵਚਨ ਦੇ ਲਈ। ਜੋ ਕੁਛ ਵੀ ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ ਪਵਿੱਤਰ ਆਤਮਾ ਦੁਆਰਾ, ਉਹ ਸਾਡੇ ਅੰਦਰ ਵਸ ਜਾਏ ਔਰ ਬਹੁਤ ਸਾਰਾ ਫਲ ਲੈ ਕੇ ਆਏ। ਜੋ ਵੀ ਇਸ ਨੂੰ ਸੁਣੇ ਬਰਕਤ ਪਾਵੇ ਪਰਮੇਸ਼ਰ ਪਿਤਾ, ਔਰ ਇਸ ਸਾਰੇ ਬਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਦੇ ਨਾਲ ਢੱਕਦੇ ਹਾਂ ਤਾਂ ਕਿ ਦੁਸ਼ਮਣ ਚੁਰਾ ਨਾ ਸਕੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ।